Good morning, dear students. Today we are discuss about the accounting mechanism, accounting cycle, and basis of accounting. So ये अपना जी 5th चैप्टर है. So firstly accounting mechanism ਦਾ ਕੀ ਮੀਨਿੰਗ ਹੈ ਜੀ. ਇੱਕ ਇਹ ਬਿਜ਼ਨਸ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨ ਦਾ ਇੱਕ ਮੈਥਡ ਆ ਬੁੱਕਸ ਦੇ ਵਿੱਚ. ਸੋ ਜਿਹਨੂੰ ਕੀ ਕਿਹਾ ਜਾਂਦਾ ਜੀ ਅਕਾਊਂਟਿੰਗ ਮੈਕੈਨਿਜ਼ਮ. ਸੋ ਬੇਸਿਕਲੀ ਕੀ ਹੈ ਜੀ ਅਕਾਊਂਟਿੰਗ ਦੀਆਂ ਜਿਹੜੀਆਂ ਵੀ ਬਿਜ਼ਨਸ ਟ੍ਰਾਂਜੈਕਸ਼ਨ ਹੁੰਦੀਆਂ ਜੀ ਉਹਨਾਂ ਨੂੰ ਰਿਕਾਰਡ ਕਰਨ ਦੇ ਦੋ ਸਿਸਟਮ ਆ. ਫਸਟ ਹੈਗਾ ਜੀ ਟਰਡੀਸ਼ਨਲ ਸਿਸਟਮ ਅਤੇ ਸੈਕਿੰਡ ਹੈਗਾ ਜੀ ਮਾਡਰਨ ਸਿਸਟਮ. ਸੋ ਫਸਟ ਅਕਾਊਂਟਿੰਗ ਮੈਕੈਨਿਜ਼ਮ ਦੇ ਵਿੱਚ ਆ ਜਾਂਦਾ ਜੀ ਆਪਣੇ ਕੋਲ ਟਰਡੀਸ਼ਨਲ ਸਿਸਟਮ ਮੀਨਸ ਜਿਹਨੂੰ ਕੀ ਕਿਹਾ ਜਾਂਦਾ ਜੀ ਸਿੰਗਲ ਐਂਟਰੀ ਸਿਸਟਮ. ਸੋ ਸਿੰਗਲ ਐਂਟਰੀ ਸਿਸਟਮ ਕੀ ਇੱਕ ਇੱਦਾਂ ਦਾ ਸਿਸਟਮ ਆ ਜਿਹਦੇ ਵਿੱਚ ਕੀ ਆ ਜੀ ਜਿਹੜੇ ਆਪਣੇ ਕੋਲ ਜੋ ਵੀ ਟ੍ਰਾਂਜੈਕਸ਼ਨ ਆ ਉਹਨਾਂ ਦੇ ਈਚ ਐਂਡ ਐਵਰੀ ਆਸਪੈਕਟ ਮਤਲਬ ਦੋਨਾਂ ਆਸਪੈਕਟ ਨੂੰ ਰਿਕਾਰਡ ਨਹੀਂ ਕੀਤਾ ਜਾਂਦਾ. ਬੁੱਕਸ ਆਫ ਅਕਾਊਂਟਸ ਦੇ ਵਿੱਚ ਓਨਲੀ ਇੱਕ ਆਸਪੈਕਟ ਨੂੰ ਕੀ ਕੀਤਾ ਜਾਂਦਾ ਜੀ ਇਨਕਲੂਡ ਕੀਤਾ ਜਾਂਦਾ, ਰਿਕਾਰਡ ਕੀਤਾ ਜਾਂਦਾ. ਸੋ ਜਿਹੜੀਆਂ ਟ੍ਰਾਂਜੈਕਸ਼ਨ ਦਾ ਓਨਲੀ ਇੱਕ ਹੀ ਆਸਪੈਕਟ ਨੂੰ ਆਪਾਂ ਰਿਕਾਰਡ ਕਰਦੇ ਹਾਂ ਤਾਂ ਉਹਨੂੰ ਕੀ ਕਿਹਾ ਜਾਂਦਾ ਜੀ ਸਿੰਗਲ ਐਂਟਰੀ ਸਿਸਟਮ. ਸੋ ਜਿਹੜਾ ਇਹ ਸਿਸਟਮ ਆ ਜੀ ਸਰਟਨ ਬਿਜ਼ਨਸ ਹਾਊਸ ਦੇ ਦੁਆਰਾ ਡਿਵੈਲਪ ਕੀਤਾ ਗਿਆ ਅਕੋਰਡਿੰਗ ਟੂ ਦੇਅਰ ਓਨ ਕਨਵੀਨੀਅੰਸ. ਸੋ ਇਹਦੇ ਵਿੱਚ ਕੋਈ ਵੀ ਯੂਨੀਫੋਰਮਿਟੀ ਨਹੀਂ ਸੀਗੀ ਜਿਹੜੀ ਕੀ ਆ ਵੇਰੀਅਸ ਟ੍ਰੇਡਰਸ ਦੇ ਦੁਆਰਾ ਫੋਲੋ ਕੀਤੀ ਜਾਂਦੀ ਆ. ਸੋ ਇਹਦੇ ਵਿੱਚ ਹਰੇਕ ਔਰਗੇਨਾਈਜੇਸ਼ਨ ਆਪਣੇ ਅਕੋਰਡਿੰਗ ਉਹਨੂੰ ਜਿਹੜਾ ਵੀ ਮੈਥਡ ਆ ਜਿਹੜਾ ਬੈਸਟ ਲੱਗਦਾ ਉਹੀ ਉਹ ਕੀ ਕਰਦੀ ਆ ਜੀ ਫੋਲੋ ਕਰਦੀ ਆ. ਸੋ ਜਿਹੜਾ ਇਹ ਸਿਸਟਮ ਆ ਹਾਈਲੀ ਫਲੈਕਸੀਬਲ ਆ ਮਤਲਬ ਕੋਈ ਵੀ ਔਰਗੇਨਾਈਜੇਸ਼ਨ ਉਹਨੂੰ ਆਪਣੇ ਅਕੋਰਡਿੰਗ ਕੀ ਕਰ ਸਕਦੀ ਆ ਜੀ ਚੇਂਜ ਕਰ ਸਕਦੀ ਆ. ਸੋ ਇਸ ਸਿਸਟਮ ਦੇ ਅੰਡਰ ਕੀ ਆ ਮੇਨਲੀ ਕੈਸ਼ ਬੁੱਕ ਹੋ ਗਿਆ, ਪਰਸਨਲ ਅਕਾਊਂਟ ਆ ਜਿਹੜੇ ਉਹਨਾਂ ਨੂੰ ਕੀ ਕੀਤਾ ਜਾਂਦਾ ਜੀ ਮੇਨਟੇਨ ਕੀਤਾ ਜਾਂਦਾ. ਐਂਡ ਜਿਹੜੇ ਇੰਪਰਸਨਲ ਅਕਾਊਂਟ ਹੁੰਦੇ ਆ ਜਿਵੇਂ ਕਿ ਜੀ ਪਰਚੇਜ਼ ਅਕਾਊਂਟ ਹੋ ਗਿਆ, ਸੇਲ ਅਕਾਊਂਟ ਹੋ ਗਿਆ, ਵੇਜ ਅਕਾਊਂਟ ਹੋ ਗਿਆ, ਸੈਲਰੀ ਅਕਾਊਂਟ ਹੋ ਗਿਆ, ਰੈਂਟ ਅਕਾਊਂਟ ਹੋ ਗਿਆ, ਇਹਨਾਂ ਨੂੰ ਕੀ ਕੀਤਾ ਜਾਂਦਾ ਇਹਦੇ ਵਿੱਚ ਇਗਨੋਰ ਕੀਤਾ ਜਾਂਦਾ. ਸੋ ਇਸ ਲਈ ਇਹਦੇ ਵਿੱਚ ਕੀ ਹੈ ਜੀ ਆਪਣੇ ਕੋਲ ਡੂਅਲ ਆਸਪੈਕਟ ਦੇ ਕੰਪਲੀਟ ਰਿਕਾਰਡ ਦੀ ਐਬਸੈਂਸ ਹੁੰਦੀ ਆ. ਸੋ ਡੈਫੀਨੇਸ਼ਨ ਕੀ ਹੈ ਜੀ ਸੋ ਇੱਕ ਸਿੰਗਲ ਐਂਟਰੀ ਸਿਸਟਮ ਕੀ ਇੱਕ ਮੈਥਡ ਆ ਬੁੱਕ ਕੀਪਿੰਗ ਦਾ ਜਿਹਦੇ ਵਿੱਚ ਓਨਲੀ ਪਰਸਨ ਮਤਲਬ ਇੱਕ ਅਕਾਊਂਟ ਦਾ ਇੱਕ ਟ੍ਰਾਂਜੈਕਸ਼ਨ ਨੂੰ ਕੀ ਕੀਤਾ ਜਾਂਦਾ ਰਿਕਾਰਡ ਕੀਤਾ ਜਾਂਦਾ, ਦੋਨੇ ਆਸਪੈਕਟ ਨੂੰ ਰਿਕਾਰਡ ਨਹੀਂ ਕੀਤਾ ਜਾਂਦਾ. ਤਾਂ ਨੈਕਸਟ ਆ ਜਾਂਦਾ ਜੀ ਤੁਹਾਡੇ ਕੋਲੇ ਫਾਰਮਸ ਔਰ ਮਾਡਲਸ ਆਫ ਸਿੰਗਲ ਐਂਟਰੀ ਸਿਸਟਮ. ਫਸਟ ਹੈਗਾ ਜੀ ਪਿਓਰ ਸਿੰਗਲ ਐਂਟਰੀ ਸਿਸਟਮ. ਸੋ ਇਹ ਇੱਕ ਸਿਸਟਮ ਆ ਜਿਹਦੇ ਵਿੱਚ ਓਨਲੀ ਪਰਸਨਲ ਅਕਾਊਂਟ ਮੇਨਟੇਨ ਕੀਤਾ ਜਾਂਦਾ ਹੈ ਜੀ ਕੋਈ ਵੀ ਰੀਅਲ ਐਂਡ ਨੋਮੀਨਲ ਅਕਾਊਂਟ ਦੇ ਲਈ ਰਿਕਾਰਡ ਆ ਜਿਹੜਾ ਨਹੀਂ ਰੱਖਿਆ ਜਾਂਦਾ. ਸੋ ਇਸ ਲਈ ਇਹਦੇ ਵਿੱਚ ਕੀ ਹੈ ਜੀ ਆਪਣੇ ਕੋਲ ਬੇਸਿਕ ਇਨਫੋਰਮੇਸ਼ਨ ਆ ਜਿਹੜੀ ਕੈਸ਼ ਹੋ ਗਿਆ, ਸੇਲ ਹੋ ਗਿਆ, ਪਰਚੇਜ਼ ਹੋ ਗਿਆ, ਇਹਦੇ ਰਿਲੇਟਡ ਜਿਹੜੀ ਬੇਸਿਕ ਇਨਫੋਰਮੇਸ਼ਨ ਆ ਉਹ ਪ੍ਰੋਵਾਈਡ ਨਹੀਂ ਕੀਤੀ ਜਾਂਦੀ. ਸੋ ਇਹ ਮੈਥਡ ਆ ਸਿਰਫ ਕੀ ਹੈ ਪੇਪਰ ਦੇ ਉੱਤੇ ਐਗਜ਼ਿਸਟ ਕੀਤਾ ਜਾਂਦਾ ਜੀ ਇਹਦੇ 'ਤੇ ਕੋਈ ਵੀ ਪ੍ਰੈਕਟੀਕਲ ਐਪਲੀਕੇਸ਼ਨ ਇਹਦੀ ਨਹੀਂ ਹੁੰਦੀ. ਨੈਕਸਟ ਹੈ ਜੀ ਸਿੰਪਲ ਸਿੰਗਲ ਐਂਟਰੀ ਸਿਸਟਮ. ਸੋ ਇਸ ਸਿਸਟਮ ਦੇ ਅੰਡਰ ਓਨਲੀ ਪਰਸਨਲ ਅਕਾਊਂਟ ਅਤੇ ਕੈਸ਼ ਬੁੱਕ ਮੇਨਟੇਨ ਕੀਤੀ ਜਾਂਦੀ ਹੈ. ਸੋ ਇਹ ਅਕਾਊਂਟ ਆ ਜਿਹੜਾ ਸਿਰਫ ਡਬਲ ਐਂਟਰੀ ਸਿਸਟਮ ਦੇ ਬੇਸਿਸ 'ਤੇ ਪ੍ਰਪੇਅਰ ਕੀਤਾ ਜਾਂਦਾ. ਐਂਡ ਇਹਦੇ ਵਿੱਚ ਕੀ ਆ ਪਰਸਨਲ ਅਕਾਊਂਟ ਜਿਹੜੇ ਕੀ ਆ ਉਹਨਾਂ ਨੂੰ ਮੇਨਟੇਨ ਕੀਤਾ ਜਾਂਦਾ. ਰੀਅਲ ਐਂਡ ਨੋਮੀਨਲ ਅਕਾਊਂਟ ਆ ਜਿਹੜੇ ਇਹਦੇ ਵਿੱਚ ਇਗਨੋਰ ਕੀਤੇ ਜਾਂਦੇ ਆ. ਨੈਕਸਟ ਹੈਗਾ ਜੀ ਕੁਆਸੀ ਸਿੰਗਲ ਐਂਟਰੀ ਸਿਸਟਮ. ਸੋ ਇਸ ਸਿਸਟਮ ਦੇ ਅੰਡਰ ਕੀ ਹੈ ਜੀ ਓਨਲੀ ਪਰਸਨਲ ਅਕਾਊਂਟ, ਕੈਸ਼ ਬੁੱਕ ਐਂਡ ਸਮ ਸਬਸਿਡਰੀ ਬੁੱਕਸ ਆ ਜਿਹੜੀਆਂ ਉਹਨਾਂ ਨੂੰ ਮੇਨਟੇਨ ਕੀਤਾ ਜਾਂਦਾ. ਸਬਸਿਡਰੀ ਬੁੱਕਸ ਕਿਹੜੀਆਂ ਹੁੰਦੀਆਂ ਜੀ ਉਹ ਬੁੱਕਸ ਜਿਵੇਂ ਕਿ ਸੇਲ ਬੁੱਕ ਹੋ ਗਿਆ, ਪਰਚੇਜ਼ ਬੁੱਕ ਹੋ ਗਿਆ, ਬਿਲਸ ਰਿਸੀਵੇਬਲ ਹੋ ਗਏ. ਸੋ ਇਹ ਇਹਨਾਂ ਦੇ ਬਾਰੇ ਕੀ ਹੈ ਜੀ ਸਿਰਫ ਇਨਫੋਰਮੇਸ਼ਨ ਦਿੱਤੀ ਹੁੰਦੀ ਆ. ਸੋ ਅਦਰ ਟ੍ਰਾਂਜੈਕਸ਼ਨ ਦੇ ਬਾਰੇ ਇਹਦੇ ਵਿੱਚ ਕੁਝ ਵੀ ਇਨਫੋਰਮੇਸ਼ਨ ਆ ਜਿਹੜੀ ਨਹੀਂ ਦਿੱਤੀ ਹੁੰਦੀ. ਨੈਕਸਟ ਹੈਗਾ ਜੀ ਫੀਚਰ ਆਫ ਸਿੰਗਲ ਐਂਟਰੀ ਸਿਸਟਮ ਲੈਸ ਐਕਸਪੈਂਸਿਵ. ਸੋ ਇਸ ਸਿਸਟਮ ਦੇ ਅੰਡਰ ਕੀ ਹੈ ਜੀ ਇੱਕ ਕੰਪਲੀਟ ਬਿਜ਼ਨਸ ਰਿਕਾਰਡ ਆ ਜਿਹੜਾ ਨਹੀਂ ਹੁੰਦਾ ਗਾ. ਇਸ ਲਈ ਇਹਦੇ ਵਿੱਚ ਟਾਈਮ ਅਤੇ ਲੇਬਰ ਆ ਜਿਹੜੇ ਉਹ ਕੀ ਆ ਬਹੁਤ ਹੀ ਘੱਟ ਚਾਹੀਦੇ ਹੁੰਦੇ ਆਪਾਂ ਨੂੰ ਡਬਲ ਐਂਟਰੀ ਸਿਸਟਮ ਦੇ ਕੰਪੈਰੀਜ਼ਨ. ਨੈਕਸਟ ਹੈ ਸਟੇਬਿਲਿਟੀ. ਜਿਹੜਾ ਇਹ ਸਿਸਟਮ ਆ ਜਨਰਲੀ ਕੀ ਹੈ ਸੋਲ ਟ੍ਰੇਡਿੰਗ ਕੰਸਰਨ ਦੇ ਵਿੱਚ ਫਾਊਂਡ ਕੀਤਾ ਜਾਂਦਾ. ਐਂਡ ਪਰ ਇਹਦੇ ਵਿੱਚ ਕੀ ਹੈ ਜੁਆਇੰਟ ਸਟਾਕ ਕੰਪਨੀ ਦੇ ਦੁਆਰਾ ਇਹਨੂੰ ਫੋਲੋ ਨਹੀਂ ਕੀਤਾ ਜਾਂਦਾ. ਤਾਂ ਇਹ ਸਿਰਫ ਸਮਾਲ ਬਿਜ਼ਨਸ ਦੇ ਦੁਆਰਾ ਹੀ ਫੋਲੋ ਕੀਤਾ ਜਾਂਦਾ. ਨੈਕਸਟ ਹੈ ਜੀ ਫਲੈਕਸੀਬਿਲਿਟੀ. ਸਿੰਗਲ ਐਂਟਰੀ ਸਿਸਟਮ ਆ ਜਿਹੜਾ ਜੀ ਇਹ ਜ਼ਿਆਦਾ ਫਲੈਕਸੀਬਲ ਹੁੰਦਾ. ਮੀਨਸ ਜਿਹੜੇ ਬਿਜ਼ਨਸ ਇੰਟਰਪ੍ਰਾਈਜ਼ ਦੇ ਜਿਹੜੇ ਓਨਰ ਹੁੰਦੇ ਆ ਉਹ ਆਪਣੀ ਕਨਵੀਨੀਅੰਟ ਦੇ ਅਕੋਰਡਿੰਗ ਇਹਨੂੰ ਕੀ ਕਰ ਸਕਦੇ ਆ ਜੀ ਚੇਂਜ ਕਰ ਸਕਦੇ ਆ. ਨੋ ਯੂਨੀਫੋਰਮਿਟੀ. ਇਹਦੇ ਵਿੱਚ ਕੋਈ ਵੀ ਯੂਨੀਫੋਰਮਿਟੀ ਨਹੀਂ ਹੁੰਦੀ ਬਿਜ਼ਨਸ ਰਿਕਾਰਡ ਨੂੰ ਮੇਨਟੇਨ ਕਰਨ ਦੇ ਲਈ. ਇਸ ਲਈ ਇਹ ਸਿਸਟਮ ਹਰੇਕ ਕੰਸਰਨ ਦਾ ਦੂਸਰੀ ਕੰਸਰਨ ਤੋਂ ਕੀ ਹੁੰਦਾ ਡਿਫਰੈਂਟ ਹੁੰਦਾ. ਐਂਡ ਇਹ ਉਹਦੀਆਂ ਆਪਣੀਆਂ ਰਿਕੁਆਇਰਮੈਂਟਸ 'ਤੇ ਡਿਪੈਂਡ ਕਰਦਾ. ਨੈਕਸਟ ਹੈਗਾ ਜੀ ਤੁਹਾਡੇ ਕੋਲ ਇਨਕੰਪਲੀਟ ਡਬਲ ਐਂਟਰੀ ਸਿਸਟਮ. ਸੋ ਜਿਹੜਾ ਕੀ ਇਹਦੇ ਵਿੱਚ ਕੀ ਜੀ ਡੂਅਲ ਆਸਪੈਕਟ ਆ ਜਿਹੜਾ ਟ੍ਰਾਂਜੈਕਸ਼ਨ ਦਾ ਉਹਨੂੰ ਰਿਕਾਰਡ ਨਹੀਂ ਕੀਤਾ ਜਾਂਦਾ. ਸਿਰਫ ਇਹਦੇ ਵਿੱਚ ਕੀ ਆ ਇੱਕ ਰਿਕਾਰਡਿੰਗ ਆ ਜਿਹੜੀ ਡਨ ਕੀਤੀ ਜਾਂਦੀ ਆ ਅਕੋਰਡਿੰਗ ਟੂ ਦੇਅਰ ਓਨ ਕਨਵੀਨੀਅੰਸ. ਸੋ ਸਮ ਟ੍ਰਾਂਜੈਕਸ਼ਨ ਆ ਜਿਹੜੀਆਂ ਡਬਲ ਐਂਟਰੀ ਸਿਸਟਮ ਦੇ ਉੱਤੇ ਰਿਕਾਰਡ ਕੀਤੀਆਂ ਜਾਂਦੀਆਂ ਅਤੇ ਸਮ ਟ੍ਰਾਂਜੈਕਸ਼ਨਾਂ ਜਿਹੜੀਆਂ ਸਿੰਗਲ ਐਂਟਰੀ ਸਿਸਟਮ ਦੇ ਵਿੱਚ ਰਿਕਾਰਡ ਕੀਤੀਆਂ ਜਾਂਦੀਆਂ. ਨੈਕਸਟ ਹੈ ਜੀ ਮੇਨਟੇਨੈਂਸ ਆਫ ਪਰਸਨਲ ਅਕਾਊਂਟਸ ਐਂਡ ਕੈਸ਼ ਬੁੱਕ. ਸੋ ਇਸ ਮੈਥਡ ਦੇ ਅੰਦਰ ਯੂਜ਼ਲੀ ਜਿਹੜੇ ਪਰਸਨਲ ਅਕਾਊਂਟ ਹੁੰਦੇ ਆ ਡੈਬਟਰ ਅਤੇ ਕ੍ਰੈਡਿਟਰ ਦੇ ਉਹਨਾਂ ਨੂੰ ਮੇਨਟੇਨ ਕੀਤਾ ਜਾਂਦਾ. ਪਰ ਜਿਹੜੇ ਰੀਅਲ ਅਤੇ ਨੋਮੀਨਲ ਅਕਾਊਂਟ ਹੁੰਦੇ ਆ ਜੀ ਉਹਨਾਂ ਨੂੰ ਇਹਦੇ ਵਿੱਚ ਅਵੋਇਡ ਕੀਤਾ ਜਾਂਦਾ. ਨੈਕਸਟ ਹੈ ਜੀ ਡਿਪੈਂਡੈਂਸ ਔਨ ਓਰੀਜਨਲ ਵਾਊਚਰ. ਸੋ ਇਸ ਸਿਸਟਮ ਦੇ ਅੰਡਰ ਓਰੀਜਨਲ ਵਾਊਚਰ ਆ ਜਿਹੜਾ ਉਹ ਕੀ ਕਰਦਾ ਜੀ ਇੰਪੋਰਟੈਂਟ ਰੋਲ ਆ ਜਿਹੜਾ ਪਲੇ ਕਰਦਾ. ਓਰੀਜਨਲ ਵਾਊਚਰ ਕੀ ਹੁੰਦਾ ਜੀ ਕੋਈ ਵੀ ਬਿੱਲ
ਜਿਵੇਂ ਕਿ ਆਪਾਂ ਸ਼ਾਪ 'ਤੇ ਗਏ ਕੋਈ ਸਮਾਨ ਖਰੀਦਿਆ ਤਾਂ ਉਹਨਾਂ ਨੇ ਆਪਾਂ ਨੂੰ ਬਿੱਲ ਦਿੱਤਾ ਤਾਂ ਉਹਨੂੰ ਕੀ ਕਿਹਾ ਜਾਂਦਾ ਜੀ ਵਾਊਚਰ। ਸੋ ਵਾਊਚਰ ਦੇ ਅਕੋਰਡਿੰਗ ਜੋ ਵੀ ਟ੍ਰਾਂਜੈਕਸ਼ਨ ਉਹਨਾਂ ਨੂੰ ਕੀ ਕੀਤਾ ਜਾਂਦਾ ਜੀ ਸ਼ੋ ਕੀਤਾ ਜਾਂਦਾ। ਨੈਕਸਟ ਹੈ ਜੀ ਡਿਫੀਕਲਟੀ ਇਨ ਐਨਾਲਿਸਿਸ ਐਂਡ ਕੰਪੈਰੀਜ਼ਨ ਆਫ ਫਾਈਨੈਂਸ਼ੀਅਲ ਅਕਾਊਂਟਸ। ਸੋ ਸਿੰਸ ਇਹਦੇ ਵਿੱਚ ਕੀ ਨੋਮੀਨਲ ਅਕਾਊਂਟ ਆ ਜਿਹੜਾ ਮੇਨਟੇਨ ਨਹੀਂ ਕੀਤਾ ਜਾਂਦਾ, ਸੋ ਇਸ ਲਈ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਵੀ ਪ੍ਰਪੇਅਰ ਨਹੀਂ ਕਰ ਸਕਦੇ। ਸੋ ਇਸ ਲਈ ਬਿਜ਼ਨਸ ਦੀ ਕੀ ਫਾਈਨੈਂਸ਼ੀਅਲ ਪੋਜੀਸ਼ਨ ਹੈ, ਉਹਨੂੰ ਕੀ ਪ੍ਰੋਫਿਟ ਹੋ ਰਿਹਾ ਕੀ ਲਾਸ ਹੋ ਰਿਹਾ ਉਹਨੂੰ ਆਪਾਂ ਨਹੀਂ ਜਾਣ ਸਕਦੇ। ਨੈਕਸਟ ਹੈ ਜੀ ਐਡਵਾਂਟੇਜ ਆਫ ਸਿੰਗਲ ਐਂਟਰੀ ਸਿਸਟਮ। ਸਟੇਬਲ ਟੂ ਸਮਾਲ ਕੰਸਰਨ, ਮਤਲਬ ਜਿਨ੍ਹਾਂ ਦਾ ਜਿਹੜਾ ਬਿਜ਼ਨਸ ਆ ਸਮਾਲ ਲੈਵਲ 'ਤੇ ਹੁੰਦਾ ਜਿਵੇਂ ਸ਼ਾਪਸ ਵਗੈਰਾ ਹੋ ਗਈਆਂ ਤਾਂ ਉਹਨਾਂ ਦੇ ਲਈ ਇਹ ਜ਼ਿਆਦਾ ਸਟੇਬਲ ਆ। ਅਸੈਟਲਮੈਂਟ ਆਫ ਪ੍ਰੋਫਿਟ ਐਂਡ ਲਾਸ ਈਜ਼ਲੀ। ਸੋ ਸਿੰਗਲ ਐਂਟਰੀ ਸਿਸਟਮ ਦੇ ਵਿੱਚ ਕੋਈ ਜ਼ਿਆਦਾ ਰਿਕਾਰਡ ਆ ਜਿਹੜਾ ਮੇਨਟੇਨ ਕਰਕੇ ਨਹੀਂ ਰੱਖਿਆ ਜਾਂਦਾ, ਸੋ ਇਸ ਲਈ ਆਪਾਂ ਪ੍ਰੋਫਿਟ ਐਂਡ ਲਾਸ ਨੂੰ ਈਜ਼ਲੀ ਆ ਫਾਈਂਡ ਆਊਟ ਕਰ ਸਕਦੇ ਹਾਂ। ਲੈਸ ਟਾਈਮ ਕੰਜ਼ਿਊਮਿੰਗ ਆ ਜੀ, ਇਹਦੇ ਵਿੱਚ ਜ਼ਿਆਦਾ ਲੇਬਰ ਵਗੈਰਾ ਨਹੀਂ ਚਾਹੀਦੇ ਹੁੰਦੇ, ਲਿਮਟਿਡ ਨੰਬਰ ਆਫ ਬੁੱਕਸ ਰਿਕਾਰਡ ਕੀਤੀਆਂ ਜਾਂਦੀਆਂ, ਸੋ ਇਸ ਲਈ ਇਹਦੇ ਵਿੱਚ ਆਪਾਂ ਕੀ ਆ ਲੈਸ ਟਾਈਮ ਕੰਜ਼ਿਊਮਿੰਗ ਆ। ਨੈਕਸਟ ਹੈ ਜੀ ਲੈਸ ਐਕਸਪੈਂਸਿਵ। ਸੋ ਜਿਹੜੇ ਰਿਕਾਰਡ ਦਾ ਹਰੇਕ ਆਸਪੈਕਟ ਨੂੰ ਇਨਕਲੂਡ ਨਹੀਂ ਕੀਤਾ ਜਾਂਦਾ, ਸੋ ਇਸ ਲਈ ਇਹ ਕੀ ਆ ਲੈਸ ਐਕਸਪੈਂਸਿਵ ਆ ਰੈਦਰ ਦੈਨ ਦਾ ਡਬਲ ਐਂਟਰੀ ਸਿਸਟਮ। ਸਿੰਪਲਿਸਿਟੀ। ਸੋ ਸਿੰਗਲ ਐਂਟਰੀ ਸਿਸਟਮ ਕੀ ਆ ਕੋਈ ਵੀ ਕੰਪਲੀਕੇਟਡ ਰੂਲ ਆ ਜਿਹੜੇ ਫੋਲੋ ਨਹੀਂ ਕਰਦਾ, ਕੋਈ ਵੀ ਪ੍ਰਿੰਸੀਪਲ ਫੋਲੋ ਨਹੀਂ ਕਰਦਾ, ਸੋ ਇਹ ਸਭ ਤੋਂ ਜ਼ਿਆਦਾ ਸਿੰਪਲ ਮੈਥਡ ਆ। ਨੈਕਸਟ ਹੈ ਜੀ ਡਿਸਐਡਵਾਂਟੇਜ ਔਰ ਡਿਫੈਕਟ ਆਫ ਸਿੰਗਲ ਐਂਟਰੀ ਸਿਸਟਮ। ਡਿਟਰਮੀਨੇਸ਼ਨ ਆਫ ਟਰੂ ਪ੍ਰੋਫਿਟ ਨਾਟ ਪੋਸੀਬਲ। ਇਹਦੇ ਵਿੱਚ ਕਿ ਆਪਾਂ ਟ੍ਰਾਂਜੈਕਸ਼ਨ ਦੇ ਦੋਨੇ ਆਸਪੈਕਟ ਨੂੰ ਇਨਕਲੂਡ ਨਹੀਂ ਕਰਦੇ, ਸਿਰਫ ਇੱਕ ਪੱਖ ਨੂੰ ਹੀ ਇਨਕਲੂਡ ਕੀਤਾ ਜਾਂਦਾ, ਸੋ ਇਸ ਲਈ ਇਹਦੀ ਟਰੂ ਪ੍ਰੋਫਿਟ ਨੂੰ ਫਾਈਂਡ ਆਊਟ ਕਰਨਾ ਕਿ ਕੀ ਲਾਭ ਹੋ ਰਿਹਾ ਐਕਚੁਅਲ ਦੇ ਵਿੱਚ ਉਹਨੂੰ ਆਪਾਂ ਫਾਈਂਡ ਆਊਟ ਨਹੀਂ ਕਰ ਸਕਦੇ। ਨੈਕਸਟ ਹੈ ਜੀ ਡਿਫੀਕਲਟੀ ਇਨ ਟੇਕਿੰਗ ਲੋਨ ਫਰੋਮ ਫਾਈਨੈਂਸ਼ੀਅਲ ਇੰਸਟੀਟਿਊਸ਼ਨ। ਸੋ ਜਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਜੀ ਸਿੰਗਲ ਐਂਟਰੀ ਸਿਸਟਮ ਦੇ ਵਿੱਚ ਉਹਨਾਂ ਨੂੰ ਕੀ ਕੀਤਾ ਜਾਂਦਾ ਲੋਨ ਦੇ ਵਿੱਚ ਅਰੇਂਜ ਕਰਨਾ ਬਹੁਤ ਹੀ ਜ਼ਿਆਦਾ ਡਿਫੀਕਲਟ ਹੁੰਦਾ, ਬਿਕੋਜ਼ ਇਹ ਡਾਟਾ ਜਿਹੜਾ ਇਹਦੇ ਵਿੱਚ ਲਾਈਬਲ ਡਾਟਾ ਜਿਹੜਾ ਪ੍ਰੋਵਾਈਡ ਨਹੀਂ ਕੀਤਾ ਜਾਂਦਾ। ਅਨਸਾਇੰਟਿਫਿਕ ਆ ਜੀ, ਇਹਦੇ ਵਿੱਚ ਕੋਈ ਵੀ ਰੂਲ ਵਗੈਰਾ ਰੈਗੂਲੇਸ਼ਨ ਵਗੈਰਾ ਫੋਲੋ ਨਹੀਂ ਕੀਤੇ ਜਾਂਦੇ, ਸੋ ਇਸ ਲਈ ਇਹ ਸਿਸਟਮੈਟਿਕ ਵੇ ਨਹੀਂ ਗਾ। ਨੈਕਸਟ ਹੈ ਜੀ ਅਰਥਮੈਟੀਕਲ ਐਕੂਰੇਸੀ ਆਫ ਅਕਾਊਂਟਸ ਕੈਨ ਨਾਟ ਬੀ ਚੈੱਕਡ। ਸੋ ਇਹ ਡਬਲ ਐਂਟਰੀ ਸਿਸਟਮ ਦੇ ਕੇਸ ਵਿੱਚ ਆਪਾਂ ਦੋਨੇ ਆਸਪੈਕਟ ਨੂੰ ਇਨਕਲੂਡ ਕੀਤਾ ਜਾਂਦਾ, ਪਰ ਇਹਦੇ ਵਿੱਚ ਦੋਨੇ ਆਸਪੈਕਟ ਇਨਕਲੂਡ ਨਹੀਂ ਕੀਤੇ ਜਾਂਦੇ, ਸੋ ਇਸ ਲਈ ਆਪਾਂ ਚੈੱਕ ਨਹੀਂ ਕਰ ਪਾਉਂਦੇ ਕਿ ਇਹ ਐਕਚੁਅਲ ਦੇ ਵਿੱਚ ਟ੍ਰਾਂਜੈਕਸ਼ਨ ਸਹੀ ਹੈ ਜਾਂ ਨਹੀਂ। ਗ੍ਰੇਟਰ ਚਾਂਸ ਆਫ ਫਰੋਡ ਐਂਡ ਮਿਸ ਐਪਰੋਪਰੀਏਸ਼ਨ। ਸੋ ਅਰਥਮੈਟੀਕਲ ਐਕੂਰੇਸੀ ਦੇ ਚੈੱਕ ਨਹੀਂ ਕਰ ਸਕਦੇ, ਸੋ ਇਸ ਲਈ ਇਹਦੇ ਵਿੱਚ ਕੀ ਆ ਫਰੋਡ ਨੂੰ ਫਾਈਂਡ ਆਊਟ ਕਰਨਾ ਬਹੁਤ ਹੀ ਜ਼ਿਆਦਾ ਡਿਫੀਕਲਟ ਹੁੰਦਾ। ਟਰੂ ਫਾਈਨੈਂਸ਼ੀਅਲ ਪੋਜੀਸ਼ਨ ਆਫ ਅ ਬਿਜ਼ਨਸ। ਸੋ ਇਹਦੇ ਵਿੱਚ ਕੀ ਹੈ ਜੀ ਆਪਾਂ ਕੀ ਆ ਜਿਹੜੀ ਬਿਜ਼ਨਸ ਦੀ ਟਰੂ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਆਪਾਂ ਨਹੀਂ ਜਾਣ ਸਕਦੇ, ਬਿਕੋਜ਼ ਇਹਦੇ ਵਿੱਚ ਕੀ ਹੈ ਜਿਹੜੇ ਰੀਅਲ ਅਕਾਊਂਟ ਐਂਡ ਨੋਮੀਨਲ ਅਕਾਊਂਟ ਹੁੰਦੇ ਉਹਨਾਂ ਨੂੰ ਮੇਨਟੇਨ ਹੀ ਨਹੀਂ ਕੀਤਾ ਜਾਂਦਾ। ਲੀਗਲੀ ਨਾਟ ਰਿਕੋਗਨਾਈਜ਼ਡ, ਲਾਅ ਦੁਆਰਾ ਕੋਰਟ ਦੁਆਰਾ ਇਹਨੂੰ ਨਹੀਂ ਮੰਨਿਆ ਜਾਂਦਾ, ਸੋ ਇਸ ਲਈ ਲੀਗਲੀ ਇਹ ਰਿਕੋਗਨਾਈਜ਼ ਨਹੀਂ ਆ। ਅਨਸਟੇਬਲ ਫॉर ਪਲੈਨਿੰਗ। ਸੋ ਇਹ ਤੋਂ ਟਰੂ ਪਿਕਚਰ ਆ ਜਿਹੜੀ ਸ਼ੋ ਨਹੀਂ ਹੁੰਦੀ, ਇਸ ਲਈ ਆਪਾਂ ਨੂੰ ਪਲੈਨਿੰਗ ਆਪਾਂ ਨਹੀਂ ਕਰ ਸਕਦੇ ਐਂਡ ਬੈਟਰ ਡਿਸੀਜਨ ਨਹੀਂ ਲੈ ਸਕਦੇ ਕਿ ਆਪਣੀ ਆਰਗੇਨਾਈਜੇਸ਼ਨ ਦੇ ਲਈ ਕੀ ਬੈਸਟ ਆ ਕੀ ਨਹੀਂ। ਨੈਕਸਟ ਹੈ ਜੀ ਇੰਟਰ ਫਰਮ ਕੰਪੈਰੀਜ਼ਨ ਨਾਟ ਪੋਸੀਬਲ। ਇੰਟਰ ਦਾ ਮਤਲਬ ਕੀ ਹੁੰਦਾ ਜੀ ਇੱਕ ਫਰਮ ਨੂੰ ਦੂਸਰੀ ਫਰਮ ਦੇ ਨਾਲ ਕੰਪੈਰੀਜ਼ਨ ਕਰਨਾ। ਸੋ ਹਰੇਕ ਆਰਗੇਨਾਈਜੇਸ਼ਨ ਆਪਣੇ ਅਕੋਰਡਿੰਗ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਦੀ ਆ, ਸੋ ਇਸ ਲਈ ਇਹਦੇ ਵਿੱਚ ਕੀ ਇੱਕ ਆਰਗੇਨਾਈਜੇਸ਼ਨ ਨੂੰ ਦੂਸਰੀ ਆਰਗੇਨਾਈਜੇਸ਼ਨ ਦੇ ਨਾਲ ਕੰਪੇਅਰ ਆਪਾਂ ਨਹੀਂ ਕਰ ਸਕਦੇ। ਨੈਕਸਟ ਹੈ ਜੀ ਡਿਫੀਕਲਟੀ ਟੂ ਵੈਲਿਊ ਗੁੱਡਵਿਲ ਟੂ ਆਫ ਅ ਕੰਸਰਨ। ਸੋ ਲੈਕ ਆਫ ਐਡਿਕੁਏਟ ਐਂਡ ਰਿਲਾਇਬਲ ਇਨਫੋਰਮੇਸ਼ਨ। ਗੁੱਡਵਿਲ ਦੀ ਪ੍ਰੋਪਰ ਵੈਲਿਊਏਸ਼ਨ ਨਹੀਂ ਕਰ ਪਾਉਂਦੇ। ਗੁੱਡਵਿਲ ਕੀ ਹੁੰਦਾ ਜੀ ਰੈਪੂਟੇਸ਼ਨ, ਸੋ ਆਪਾਂ ਪ੍ਰੋਪਰਲੀ ਅਵੈਲਿਊਏਟ ਨਹੀਂ ਕਰ ਸਕਦੇ। ਮਸਲੇਨੀਅਸ ਲਿਮਿਟੇਸ਼ਨ ਕੀ ਹੈ ਜੀ ਪਰਚੇਜ਼ ਕੰਸੀਡਰੇਸ਼ਨ ਨੂੰ ਡਿਟਰਮਿਨ ਕਰਨਾ ਪੋਸੀਬਲ ਨਹੀਂ ਹੁੰਦਾ ਗਾ। ਕਲੇਮ ਵਗੈਰਾ ਫਾਈਲ ਕਰਨਾ ਇੰਸ਼ੋਰੈਂਸ ਕੰਪਨੀ ਦੇ ਨਾਲ ਪੋਸੀਬਲ ਨਹੀਂ ਗਾ, ਐਂਡ ਸੇਲ ਟੈਕਸ ਨੂੰ ਅਸੈਸ ਕਰਨਾ ਵੀ ਇਹਦੇ ਵਿੱਚ ਕੀ ਆ ਜੀ ਪੋਸੀਬਲ ਨਹੀਂ ਗਾ। ਸੋ ਇਹ ਤੁਹਾਡਾ ਜੀ ਸਿੰਗਲ ਐਂਟਰੀ ਸਿਸਟਮ ਸੀ। ਅਗਰ ਇੱਥੋਂ ਤੱਕ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਪੁੱਛ ਸਕਦੇ ਹੋ। ਥੈਂਕ ਯੂ।